ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਨਾਲ ਜੁੜੀਆਂ ਅਹਿਮ ਖਬਰਾਂ ਬਾਰੇ ਆਪਾਂ ਕਰਾਂਗੇ ਚਰਚਾ। ਪਰ ਉਸ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਲੈਣ ਦੇ ਲਈ ਜਾਂ ਪਾਲਿਸੀ ਦੇ ਵਿੱਚ ਬਦਲਾਅ ਕਰਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ। ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਅਨ ਦੇ ਨਾਲ ਤੁਸੀਂ 415909-0503 ਤੇ ਗੱਲ ਕਰ ਸਕਦੇ ਹੋ। ਤੇ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਰੁਕ ਕਰਦੇ ਹਾਂ ਖਬਰਾਂ ਦਾ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਦੇ ਨਾਲ ਜੁੜੀਆਂ ਸੋਗਮਈ ਖਬਰਾਂ ਲਗਾਤਾਰ ਜਾਰੀ ਨੇ ਤੇ ਇਹਨਾਂ ਖਬਰਾਂ ਨੇ ਪੰਜਾਬੀ ਭਾਈਚਾਰੇ ਨੂੰ ਆਲਮੀ ਪੱਧਰ ਤੇ ਚਿੰਤਾ ਦੇ ਵਿੱਚ ਪਾਇਆ ਹੋਇਆ। ਨਵੇਂ ਸਾਲ ਤੋਂ ਸਭ ਦੀਆਂ ਬਹੁਤ ਨਵੀਆਂ ਉਮੀਦਾਂ ਹੁੰਦੀਆਂ ਨੇ, ਜਿਸ ਤਰੀਕੇ ਨਾਲ ਹਰ ਕਿਸੇ ਨੇ ਨਵੇਂ ਸਾਲ ਨੂੰ ਸੈਲੀਬ੍ਰੇਟ ਕੀਤਾ ਹੈ। ਪਰ ਨਵੇਂ ਸਾਲ ਚੜ੍ਹਦੇ ਹੀ ਅੱਜ 4 ਜਨਵਰੀ ਹੈ ਤੇ 4 ਜਨਵਰੀ ਦੇ ਤੱਕ ਆਉਂਦਿਆਂ ਪੰਜਾਬੀਆਂ ਦੀਆਂ ਕੈਨੇਡਾ ਦੇ ਵਿੱਚ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਹੁਣ ਜਿਹੜੀ ਖਬਰ ਆ ਰਹੀ ਹੈ ਉਹ ਕੈਨੇਡਾ ਦੇ ਸ਼ਹਿਰ ਤੋਂ ਆ ਰਹੀ ਹੈ। ਇੱਥੇ ਜਿਹੜਾ ਕਿ ਸ਼ਹਿਰੀ ਸ਼ਮਸ਼ੇਰ ਸਿੰਘ ਗਿੱਲ ਉਰਫ ਸ਼ਹਿਰੀ ਗਿੱਲ ਦੀ ਕੈਨੇਡਾ ਦੇ ਸਰੀ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਇਹ ਨੌਜਵਾਨ ਪੰਜਾਬ ਤੋਂ ਮੁੱਲਾਂਪੁਰ ਤੋਂ ਸੀ ਤੇ 8 ਮਹੀਨੇ ਪਹਿਲਾਂ ਕੈਨੇਡਾ ਆਇਆ ਸੀ। ਉਸ ਦਾ 2019 ਦੇ ਵਿੱਚ ਵਿਆਹ ਹੋਇਆ ਸੀ ਤੇ ਉਸ ਦਾ ਇੱਕ ਪੁੱਤ ਵੀ ਸੀ। ਉਸ ਦੇ ਪਿਤਾ ਦਲਬਾਰਾ ਸਿੰਘ ਗਿੱਲ ਅਤੇ ਚਾਚਾ ਬਲਵੀਰ ਸਿੰਘ ਗਿੱਲ ਮੁੱਲਾਂਪੁਰ ਦੇ ਵਿੱਚ ਵਪਾਰ ਦਾ ਕੰਮ ਕਰਦੇ ਨੇ। ਸ਼ਹਿਰੀ ਦੇ ਪਿਤਾ ਨੇ ਇਸ ਘਟਨਾ ਬਾਰੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਸੀਂ ਜਦੋਂ ਸਵੇਰੇ ਨਵੇਂ ਸਾਲ ਤੋਂ ਬਾਅਦ ਦੁਕਾਨ ਖੋਲ੍ਹਣੀ ਸੀ ਤੇ ਸਾਨੂੰ ਉਦੋਂ ਇਹ ਮੰਦਭਾਗੀ ਖਬਰ ਮਿਲੀ ਤਾਂ ਉਸ ਤੋਂ ਬਾਅਦ ਪਰਿਵਾਰ ਤੇ ਪੂਰਾ ਇਲਾਕਾ ਇਸ ਵੇਲੇ ਸਦਮੇ ਦੇ ਵਿੱਚ ਹੈ। ਤੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਉਹ ਸ਼ਹਿਰੀ ਜਿਹੜਾ ਜਿਹਦਾ ਪੂਰਾ ਨਾਂ ਸ਼ਮਸ਼ੇਰ ਸਿੰਘ ਗਿੱਲ ਉਰਫ ਸ਼ਹਿਰੀ ਹੈ, ਉਹ ਆਪਣੇ ਸਹੁਰਾ ਪਰਿਵਾਰ ਦੇ ਨਾਲ ਸਰੀ ਦੇ ਵਿੱਚ ਰਹਿੰਦਾ ਸੀ। ਉਸਦੀ ਪਰਿਵਾਰ ਦੇ ਵਿੱਚ ਉਸਦੀ ਪਤਨੀ ਤੇ ਉਸਦਾ ਬੇਟਾ ਸਨ। ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋਈ ਹੈ ਤਾਂ ਪੂਰੇ ਪਿੰਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ। ਉਹਨਾਂ ਕਿਹਾ ਕਿ ਉਹ ਲਗਾਤਾਰ ਕੈਨੇਡੀਅਨ ਪ੍ਰਸ਼ਾਸਨ ਤੇ ਹਸਪਤਾਲ ਵਾਲਿਆਂ ਦੇ ਨਾਲ ਸੰਪਰਕ ਦੇ ਵਿੱਚ ਨੇ ਅਤੇ ਸ਼ਹਿਰੀ ਦੀ ਮ੍ਰਿਤਕ ਦੇਹ ਪਿੰਡ ਮੰਗਵਾਉਣ ਦੇ ਲਈ ਉਹਨਾਂ ਦੀ ਹਾਮੀ ਦੀ ਉਡੀਕ ਦੇ ਵਿੱਚ ਨੇ। ਲਗਾਤਾਰ ਵਿਦੇਸ਼ਾਂ ਦੇ ਵਿੱਚ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਨੇ ਕਈ ਸਵਾਲ ਖੜੇ ਕੀਤੇ ਨੇ। ਕਈ ਮੌਤਾਂ ਸੜਕ ਹਾਦਸਿਆਂ ਦੇ ਵਿੱਚ ਹੋਈਆਂ ਨੇ ਤੇ ਕਈ ਮੌਤਾਂ ਦੇ ਵਿੱਚ ਪੰਜਾਬੀਆਂ ਦਾ ਕਤਲ ਕੀਤਾ ਗਿਆ। ਪਿਛਲੇ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 15 ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਨੇ। ਕਿਤੇ ਸੜਕ ਹਾਦਸੇ ਦੇ ਚੱਲਦਿਆਂ ਤਾਂ ਕਿਤੇ ਹਾਰਟ ਅਟੈਕ ਇਹਨਾਂ ਮੌਤਾਂ ਦੇ ਕਾਰਨ ਬਣ ਰਹੇ ਨੇ ਤੇ ਕਿਤੇ ਹਮਲੇ ਹੋ ਰਹੇ ਨੇ। ਲੰਘੇ ਦਿਨਾਂ ਦੇ ਵਿੱਚ ਹੀ ਆਪਾਂ ਖਬਰਾਂ ਕੀਤੀਆਂ ਸਨ ਕਿ ਪੰਜਾਬੀ ਲਗਾਤਾਰ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ। ਕਿਤੇ ਟਰੱਕ ਜਾਂ ਕਾਰਾਂ ਦੇ ਨਾਲ ਹਾਦਸੇ ਵਾਪਰ ਰਹੇ ਨੇ। ਤਾਂ ਕਿਸੇ ਨੂੰ ਆਇਆ 2 ਦਿਨ ਹੋਏ ਸੀ, ਕਿਸੇ ਨੂੰ ਆਇਆ 8 ਮਹੀਨੇ ਹੋਏ ਸੀ ਤੇ ਇਸੇ ਤਰ੍ਹਾਂ ਜਿਹੜਾ ਜੋ ਹੁਣ ਇਸ ਵੇਲੇ ਕੈਨੇਡਾ ਦੇ ਵਿੱਚ ਹੋ ਰਿਹਾ ਤੇ ਉਹ ਪੰਜਾਬੀਆਂ ਨੂੰ ਲਗਾਤਾਰ ਇਸ ਗੱਲ ਦੇ ਵੱਲ ਸੋਚਣ ਦੇ ਵਿੱਚ ਮਜਬੂਰ ਕਰ ਰਿਹਾ, ਇਸ ਗੱਲ ਨੂੰ ਸੋਚਣ ਦੇ ਲਈ ਮਜਬੂਰ ਕਰ ਰਿਹਾ ਕਿ ਕੈਨੇਡਾ ਦੇ ਵਿੱਚ ਇਹ ਵਰਤਾਰਾ ਰੁਕ ਕਿਉਂ ਨਹੀਂ ਰਿਹਾ। ਸੋ ਇਸ ਕਰਕੇ ਹੁਣੇ ਇੱਕ ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਖਬਰ ਆ ਰਹੀ ਹੈ ਕਿ ਹੁਸ਼ਿਆਰਪੁਰ ਦੇ ਵਰਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲੇ ਦੇ ਵਿੱਚ ਉਸ ਦੀ 21 ਸਾਲ ਦੀ ਧੀ ਵੀ ਜ਼ਖਮੀ ਹੋਈ ਹੈ। ਪੰਜਾਬ ਵਸਦੇ ਵਰਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਦੇ ਨਾਲ ਇਹ ਘਟਨਾ ਜਿਹੜੀ ਹੈ ਉਹ ਦੱਸੀ ਹੈ। ਹੁਸ਼ਿਆਰਪੁਰ ਦੇ ਪਿੰਡ ਕੰਮੋਵਾਲ ਦਾ ਵਾਸੀ ਵਰਿੰਦਰ ਸਿੰਘ 3 ਸਾਲ ਪਹਿਲਾਂ 2019 ਦੇ ਵਿੱਚ ਆਪਣੇ ਪਰਿਵਾਰ ਸਣੇ ਕੈਨੇਡਾ ਗਿਆ ਸੀ। ਚੰਗੇ ਭਵਿੱਖ ਦੇ ਲਈ ਆਪਣਾ ਵਤਨ ਛੱਡ ਕੇ ਵਰਿੰਦਰ ਸਿੰਘ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਇੱਥੇ ਕੀ ਭਾਣਾ ਵਾਪਰਨਾ ਹੈ। ਇਸ ਦੇ ਨਾਲ ਉਸ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਮ੍ਰਿਤਕ ਵਰਿੰਦਰ ਸਿੰਘ ਦੀ ਚਾਚੀ ਜਦੋਂ ਗੱਲਬਾਤ ਕਰ ਰਹੇ ਸਨ ਮੀਡੀਆ ਦੇ ਨਾਲ ਤਾਂ ਉਹਨਾਂ ਨੇ ਜੋ ਉਸ ਰਾਤ ਨੂੰ ਹੋਇਆ ਉਹ ਸਾਰੀ ਘਟਨਾ ਦੱਸੀ। ਉਹਨਾਂ ਦੱਸਿਆ ਕਿ ਸ਼ਾਹਮੂਲ ਦੇ 2 ਜਣਿਆਂ ਨੇ ਵਰਿੰਦਰ ਸਿੰਘ, ਉਸ ਦੀ ਪਤਨੀ ਤੇ ਉਸ ਦੀਆਂ 2 ਧੀਆਂ ਤੇ ਕਾਤਲਾਨਾ ਹਮਲਾ ਕੀਤਾ ਸੀ, ਜਿਸ ਦੇ ਵਿੱਚ ਵਰਿੰਦਰ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਉਸ ਦੀ ਇੱਕ ਧੀ ਦੇ ਗੋਲੀ ਲੱਗੀ ਹੈ ਪਰ ਉਸ ਦੀ ਜਾਨ ਬਚ ਗਈ ਹੈ। ਇੱਕ ਧੀ ਅਤੇ ਉਸ ਦੀ ਪਤਨੀ ਨੇ, ਵਰਿੰਦਰ ਸਿੰਘ ਦੀ ਪਤਨੀ ਨੇ ਭੱਜ ਕੇ ਆਪਣੀ ਜਾਨ ਬਚਾਈ। ਸੋ ਇਹ ਜਿਹੜੇ ਇਸ ਵੇਲੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਹਾਲਾਤ ਬਣ ਚੁੱਕੇ ਨੇ। ਜਿਵੇਂ ਆਪਾਂ ਚਰਚਾ ਕਰ ਹੀ ਚੁੱਕੇ ਹਾਂ ਕਿ ਕਿਤੇ ਸੜਕ ਹਾਦਸੇ ਪੰਜਾਬੀਆਂ ਦੀਆਂ ਮੌਤਾਂ ਦਾ ਕਾਰਨ ਬਣ ਰਹੇ ਨੇ। ਲੰਘੇ ਦਿਨਾਂ ਦੇ ਵਿੱਚ 2-3 ਪੰਜਾਬੀਆਂ ਨੂੰ, ਕਿਸੇ ਨੂੰ ਚਾਕੂ ਮਾਰ ਕੇ, ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਹੁਣ ਵਰਿੰਦਰ ਸਿੰਘ ਦੇ ਬਾਰੇ ਕਿਹਾ ਜਾ ਰਿਹਾ ਹੈ
ਕਿ ਉਸ ਨੂੰ ਸ਼ਾਹ ਮੂਲ ਦੇ 2 ਬੰਦਿਆਂ ਨੇ ਉਸ ਦੇ ਪਰਿਵਾਰ ਤੇ ਹਮਲਾ ਕੀਤਾ। ਕੈਨੇਡਾ ਦੇ ਐਡਮਿੰਟਨ ਦੇ ਵਿੱਚ ਇਹ ਰਹਿੰਦਾ ਸੀਗਾ। ਇਸੇ ਤਰ੍ਹਾਂ ਕੈਨੇਡਾ ਦੇ ਹੀ ਸ਼ਹਿਰ ਦੇ ਵਿੱਚ ਸਰੀ ਦੇ ਵਿੱਚ ਰਹਿਣ ਵਾਲਾ ਸ਼ਮਸ਼ੇਰ ਸਿੰਘ ਗਿੱਲ ਦਿਲ ਦਾ ਦੌਰਾ ਪੈਣ ਕਰਕੇ, ਹਾਰਟ ਅਟੈਕ ਆਉਣ ਕਰਕੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਉਸ ਦੇ ਪਿੱਛੇ ਉਸ ਦੀ ਪਤਨੀ ਤੇ ਉਸ ਦੇ ਪੁੱਤਰ ਤੇ ਪੰਜਾਬ ਦੇ ਵਿੱਚ ਵੱਸਦੇ ਉਸ ਦੇ ਮਾਪੇ ਰਹਿ ਗਏ ਨੇ। ਓਂਟਾਰੀਓ ਦੇ ਹੈਮਿਲਟਨ ਦਾ ਰੁੱਖ ਕਰਾਂਗੇ, ਜਿੱਥੇ ਘਰ ਦੇ ਵਿੱਚ ਗਰਾਊਂਡ ਫਲੋਰ ਤੇ ਅੱਗ ਲੱਗ ਗਈ ਸੀ ਤੇ ਇਹ ਅੱਗ ਸੋਫੇ ਤੋਂ ਸ਼ੁਰੂ ਹੋ ਕੇ ਪੂਰੇ ਘਰ ਦੇ ਵਿੱਚ ਫੈਲ ਗਈ ਸੀ ਤੇ ਇਸ ਘਟਨਾ ਦੇ ਵਿੱਚ 4 ਜਣਿਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਟਾਊਨ ਹਾਊਸ ਦੇ ਵਿੱਚ ਅੱਗ ਲੱਗੀ ਸੀ, ਉਸ ਦੇ ਵਿੱਚ ਸਮੋਕ ਅਲਾਰਮ ਕੰਮ ਨਹੀਂ ਸੀ ਕਰ ਰਹੇ। ontario ਦੇ ਫਾਇਰ ਮਾਰਸ਼ਲ ਯੌਨ ਪੈਂਗ ਨੇ ਘਟਨਾ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਦਿੱਤੀਆਂ ਨੇ। ਉਹਨਾਂ ਕਿਹਾ ਕਿ ਗਰਾਊਂਡ ਫਲੋਰ ਤੇ ਇੱਕ ਸੋਫੇ ਤੋਂ ਸ਼ੁਰੂ ਹੋਈ ਅੱਗ ਹੌਲੀ-ਹੌਲੀ ਘਰ ਦੇ ਵਿੱਚ ਫੈਲ ਗਈ ਸੀ ਤੇ ਅੱਗ ਦੇ ਹੇਠਾਂ ਫੈਲਣ ਕਰਕੇ ਜਿਹੜੇ ਪਰਿਵਾਰ ਉੱਪਰ ਰਹਿੰਦਾ ਸੀ, ਉੱਪਰਲੀ ਮੰਜ਼ਿਲ ਤੇ ਰਹਿੰਦਾ ਸੀ, ਤਾਂ ਉਹਨਾਂ ਨੂੰ ਹੇਠਾਂ ਉਤਰਨ ਦਾ ਮੌਕਾ ਨਾ ਮਿਲਿਆ ਤੇ ਉਹ ਹੇਠਾਂ ਉਤਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਮੌਕੇ ਤੇ ਪਹੁੰਚਣ ਤੋਂ ਪਹਿਲਾਂ ਪੁਲਿਸ ਜਦੋਂ ਪਹੁੰਚੀ ਤਾਂ 6 ਲੋਕ ਮਿਲੇ ਸਨ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ। 2 ਅਡਲਟਸ ਤੇ 2 ਬੱਚਿਆਂ ਦੀ ਜਾਨ ਚਲੀ ਗਈ ਹੈ। 2 ਲੋਕਾਂ ਦੀ ਸਥਿਤੀ ਹਸਪਤਾਲ ਦੇ ਵਿੱਚ ਸਥਿਰ ਦੱਸੀ ਗਈ ਹੈ। ਪੁਲਿਸ ਨੇ ਹਾਲੇ ਤੱਕ ਇਹਨਾਂ ਪੀੜਤਾਂ ਦੀ ਪਛਾਣ ਦੇ ਵੇਰਵੇ ਸਾਂਝੇ ਨਹੀਂ ਕੀਤੇ। ਇਸੇ ਕਰਕੇ ਆਪਾਂ ਜਦੋਂ ਪੰਜਾਬੀ ਰੇਡੀਓ USA ਤੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸਿਕਿਉਰਿਟੀ ਬਾਰੇ ਆਪਾਂ ਜ਼ਿਕਰ ਕਰਦੇ ਹਾਂ ਗੱਲਬਾਤ ਦੇ ਵਿੱਚ, ਤਾਂ ਉੱਥੇ ਤੁਹਾਨੂੰ ਬਕਾਇਦਾ ਤੌਰ ਤੇ ਦੱਸਿਆ ਜਾਂਦਾ ਕਿ ਤੁਹਾਡੇ ਘਰ ਦੇ ਜਿਹੜੇ ਸਮੋਕ ਅਲਾਰਮ ਨੇ ਉਹਨਾਂ ਦਾ ਕੰਮ ਕਰਨਾ ਕਿੰਨਾ ਜ਼ਰੂਰੀ ਹੈ। ਸੋ ਪੁਲਿਸ ਦਾ ਕਹਿਣਾ ਹੈ, ਮੁੱਢਲੀ ਜਾਂਚ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਦਾ ਇਹ ਮੰਨਣਾ ਹੈ ਕਿ ਸਮੋਕ ਅਲਾਰਮ ਕੰਮ ਨਹੀਂ ਸੀ ਕਰ ਰਹੇ, ਇਸ ਕਰਕੇ ਇਸ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਘਰ ਦੇ ਗਰਾਊਂਡ ਫਲੋਰ ਤੇ ਅੱਗ ਲੱਗੀ ਹੋਈ ਹੈ। ਸਰੀ ਦਾ ਰੁੱਖ ਕਰਾਂਗੇ, ਜਿੱਥੇ ਗੋਲੀ ਚੱਲਣ ਦੀ ਇੱਕ ਵਾਰਦਾਤ ਵਾਪਰੀ ਹੈ। ਬੌਲੀ ਇਲਾਕੇ ਦੀ ਇੱਕ ਘਟਨਾ ਤੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਤਕਰੀਬਨ 5:10 ਤੇ ਮਿਲੀ ਸੀ। ਇਹ ਘਟਨਾ ਇੱਕ 138 ਸਟਰੀਟ ਦੇ ਅ, ਇੱਕ 10,600 ਬਲਾਕ ਇਲਾਕੇ ਦੇ ਵਿੱਚ ਵਾਪਰੀ ਹੈ। 10600 ਬਲਾਕ ਦੇ ਵਿੱਚ ਵਾਪਰੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੂੰ ਸਬੂਤ ਮਿਲੇ ਨੇ ਕਿ ਇੱਕ ਘਰ ਤੇ ਗੋਲੀ ਚੱਲੀ ਸੀ। ਪੁਲਿਸ ਦਾ ਕਹਿਣਾ ਕਿ ਮੌਕੇ ਤੇ ਘਰ ਦੇ ਵਿੱਚ ਕਈ ਜਣੇ ਮੌਜੂਦ ਸਨ, ਪਰ ਕਿਸੇ ਦੇ ਜ਼ਖਮੀ ਹੋਣ ਤੋਂ ਬਚਾ ਰਿਹਾ। ਪੁਲਿਸ ਦਾ ਮੰਨਣਾ ਹੈ ਕਿ ਘਟਨਾ ਮਿੱਥ ਕੇ ਕੀਤੇ ਗਏ ਹਮਲੇ ਦੀ ਸੀ। ਘਟਨਾ ਪਿੱਛੇ ਦੇ ਇਰਾਦੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਸਰੀ RCMP ਦੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਦੇ ਕੋਲ ਹੈ ਤੇ ਉਹਨਾਂ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਇਸ ਬਾਬਤ ਕਿਸੇ ਕੋਲੇ ਕੋਈ ਜਾਣਕਾਰੀ ਹੋਵੇ ਜਾਂ ਉਹਨਾਂ ਨੇ ਕੋਈ ਫੁਟੇਜ ਜਾਂ ਤਸਵੀਰ ਉਹਨਾਂ ਦੇ ਹੱਥ ਲੱਗੀ ਹੋਵੇ ਤਾਂ ਉਹ ਇਸ ਗੱਲ ਨੂੰ ਪੁਲਿਸ ਦੇ ਨਾਲ ਸਾਂਝੀ ਜ਼ਰੂਰ ਕਰਨ। ਕਾਸਟਕੋ ਦੇ 3 ਕੰਮ ਕਰਦੇ ਮੁਲਾਜ਼ਮਾਂ ਦੀ ਜ਼ਿੰਦਗੀ ਪਲਾਂ ਦੇ ਵਿੱਚ ਹੀ ਬਦਲ ਗਈ। ਇਹ ਤਿੰਨੇ ਜਾਣੇ ਸਾਂਝੇ ਤੌਰ ਤੇ ਲੋਟਰੀ ਦੀਆਂ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਸੀ। ਲੋਟਰੀ ਦੀਆਂ ਟਿਕਟਾਂ ਖਰੀਦਦੇ ਸਨ ਤੇ ਹੁਣ ਇਹਨਾਂ ਦੀ 1 ਮਿਲੀਅਨ ਦੀ ਲੋਟਰੀ ਲੱਗ ਗਈ ਹੈ ਤੇ ਇਸ ਤੋਂ ਬਾਅਦ ਇਹਨਾਂ ਨੂੰ ਯਕੀਨ ਨਹੀਂ ਹੋ ਰਿਹਾ। ਪਤਾ ਲੱਗਿਆ ਹੈ ਕਿ ਕਾਸਟਕੋ ਦੇ ਵਿੱਚ ਕੰਮ ਕਰਦੇ ਮੈਂਡੋਜ਼ਾ ਤੇ ਉਹਨਾਂ ਦੇ ਨਾਲ ਸੀ ਐਂਟੋਨੀ ਪਿਲਈ ਤੇ ਇਸੇ ਤਰ੍ਹਾਂ ਇਹਨਾਂ ਦੇ ਨਾਲ ਇੱਕ ਹੋਰ ਔਰਤ ਸੀ ਜਿਸ ਦਾ ਨਾਮ ਦੱਸਿਆ ਇਸ ਦੇ ਨਾਲ ਇਹਨਾਂ ਦੇ ਨਾਲ ਇੱਕ ਹੋਰ ਮਰਦ ਹੈ ਜਿਸ ਦਾ ਨਾਮ ਨਿਕੋਲਸਨ ਦੱਸਿਆ ਗਿਆ। ਐਂਡਰੇ ਤੇ ਅਲੀਨਾ ਮੈਂਡੋਜ਼ਾ ਤੇ ਇਹਨਾਂ ਦੇ ਨਾਲ ਐਂਟੋਨੀ ਪਿਲਈ ਕਾਸਕੋ ਦੇ ਵਿੱਚ ਇਕੱਠੇ ਕੰਮ ਕਰਦੇ ਸਨ ਤੇ ਅਕਸਰ ਇੱਕ ਗਰੁੱਪ ਬਣਾ ਕੇ ਲੋਟਰੀ ਦੀਆਂ ਟਿਕਟਾਂ ਖਰੀਦਦੇ ਸਨ। ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦੇ ਗਰੁੱਪ ਦੀ ਇੱਕ ਟਿਕਟ ਜਿਹੜੀ ਹੈ ਉਹ 1 ਮਿਲੀਅਨ ਲੋਟਰੀ ਇਹਨਾਂ ਨੇ ਜਿੱਤੀ ਹੈ ਤੇ ਹੁਣ ਇਹਨਾਂ ਤਿੰਨਾਂ ਨੂੰ ਵੰਡ ਕੇ $3,33,000 ਤੋਂ ਉੱਪਰ $333 ਆਉਣਗੇ। ਜੇਕਰ ਤੁਸੀਂ 1 ਮਿਲੀਅਨ ਨੂੰ ਤਿੰਨਾਂ ਦੇ ਵਿੱਚ ਡਿਵਾਈਡ ਕਰੋਗੇ ਤਾਂ ਇਹੀ ਜਿਹੜੀ ਰਕਮ ਅਮਾਊਂਟ ਆ ਤੁਹਾਡੇ ਸਾਹਮਣੇ ਆਏਗੀ। ਤਾਂ ਹੁਣ ਇਹਨਾਂ ਨੇ ਕਿਹਾ ਹੈ ਵੀ ਇਹਨਾਂ ਦੇ ਤਿੰਨਾਂ ਦੇ ਅੱਡੋ-ਅੱਡ ਸੁਪਨੇ ਨੇ ਜਿਨ੍ਹਾਂ ਨੂੰ ਸਾਕਾਰ ਕਰਨ ਦੇ ਲਈ ਇਸ ਪੈਸੇ ਦੀ ਵਰਤੋਂ ਕਰਨਗੇ। ਪਰ ਐਂਟੋਨੀ ਪਿਲਈ ਕਹਿੰਦੇ ਕਿ ਮੈਂ ਆਪਣੇ ਇਸ ਪੈਸੇ ਦੀ ਵਰਤੋਂ ਦੇ ਨਾਲ ਕੁਝ ਬੱਚਿਆਂ ਦੀ ਮਦਦ ਜ਼ਰੂਰ ਕਰਾਂਗੀ। ਮੈਂਡੋਜ਼ਾ ਕਹਿੰਦੇ ਨੇ ਕਿ ਇਸ ਰਕਮ ਦੇ ਨਾਲ ਹੁਣ ਬਿੱਲਾਂ ਦੇ ਭੁਗਤਾਨ ਕੀਤੇ ਜਾਣਗੇ, ਘਰ ਖਰੀਦਿਆ ਜਾਊਗਾ ਤੇ ਇੱਕ ਆਉਣ ਜਾਣ ਦੇ ਲਈ ਕਾਰ। ਇਸੇ ਤਰ੍ਹਾਂ ਨਿਕੋਲਸਨ ਉਹ ਕਹਿੰਦੇ ਕਿ ਆਪਣੀ ਵਰਤੋਂ ਦੇ ਲਈ ਜਿਹੜਾ ਆਪਣੀ ਵਰਤੋਂ ਤੋਂ ਬਾਅਦ ਜਿਹੜਾ ਪੈਸਾ ਬਚੂਗਾ ਉਸ ਪੈਸੇ ਦੇ ਨਾਲ ਫਿਰ ਦੂਜਿਆਂ ਦੀ ਮਦਦ ਕਰਨ ਦਾ ਉਹ ਚਾਹਵਾਨ ਹੈ। ਲੰਘੇ ਦਿਨੀ ਇੱਕ ਖਬਰ ਬੜੀ ਚਰਚਿਤ ਹੋਈ ਸੀ। 19 ਸਾਲਾ ਨੌਜਵਾਨ ਨੇ ਟਵਿੱਟਰ ਤੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਸ ਨੇ ਕੈਨੇਡਾ ਦੀ ਪਾਰਲੀਮੈਂਟ ਹਿੱਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ ਤੇ ਨਾਲ ਹੀ ਚੀਨ ਤੇ ਅਮਰੀਕਾ ਦੀ ਐਮਬੈਸੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਸੀ। 19 ਸਾਲ ਇਸ ਨੌਜਵਾਨ ਦੀ ਉਮਰ ਸੀ। ਖਬਰ ਇਹ ਆ ਰਹੀ ਹੈ ਕਿ ਇਸ ਨੌਜਵਾਨ ਨੂੰ ਹੁਣ ਗ੍ਰਿਫਤਾਰ ਕਰ ਲਿਆ। 19 ਸਾਲਾ ਨੌਜਵਾਨ ਨੂੰ RCMP ਨੇ ਓਟਵਾ ਦੇ ਵਿੱਚ ਗ੍ਰਿਫਤਾਰ ਕੀਤਾ ਹੈ, ਜੋ ਓਟਵਾ ਦਾ ਹੀ ਰਹਿਣ ਵਾਲਾ ਹੈ ਤੇ ਉਸ ਦੀਆਂ ਧਮਕੀਆਂ ਦੀ ਕੈਨੇਡਾ ਦੇ ਵਿੱਚ ਖਾਸੀ ਚਰਚਾ ਹੋਈ ਸੀ ਤੇ ਇਹਦਾ ਜਿਹੜਾ
ਨਾਂ ਦੱਸਿਆ ਗਿਆ ਡੇਨੀਅਲ ਹੌਡ। ਇਹ 19 ਸਾਲ ਦਾ ਹੈ ਤੇ ਇਹਨੇ ਟਵਿੱਟਰ ਤੇ ਇੱਕ ਪੋਸਟ ਪਾ ਕੇ ਕੈਨੇਡਾ ਦੀ ਪਾਰਲੀਮੈਂਟ ਹਿੱਲ ਤੇ ਯੂਐਸ ਦੀ ਅੰਬੈਸੀ ਤੇ ਨਾਲ-ਨਾਲ ਚੀਨ ਦੀ ਅੰਬੈਸੀ ਤੇ ਹਮਲਾ ਕਰਨ ਦੀ ਚੇਤਾਵਨੀ ਦੇ ਕੇ ਕੈਨੇਡਾ ਦੇ ਵਿੱਚ ਇੱਕ ਵਾਰੀ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਨਾਲ-ਨਾਲ ਕੁਛ ਹੋਰ ਜਿਹੜੀਆਂ ਏਜੰਸੀਜ਼ ਇਸ ਸੁਰੱਖਿਆ ਦੇ ਨਾਲ ਜੁੜੀਆਂ ਨੇ ਤਾਂ ਉਹਨਾਂ ਨੂੰ ਵਕਤ ਪਾਤਾ ਸੀ। ਪਰ ਹੁਣ ਡੇਨੀਅਲ ਹੌਡ ਜਿਸ ਦੀ ਉਮਰ 19 ਸਾਲ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।